ਜੋ ਹੁੰਦਾ ਹੈ ਚੰਗੇ ਲਈ ਹੁੰਦਾ ਹੈ। ਮੈਂ ਤੁਹਾਡੀ ਆਪਣੀ ਫਰੈਂਡ ਮਾਨਕਰ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਪਿਆਰੀ ਇੰਸਪੀਰੇਸ਼ਨਲ ਤੇ ਮੋਟੀਵੇਸ਼ਨਲ ਸਟੋਰੀ ਲੈ ਕੇ ਹਾਜ਼ਰ ਹਾਂ। ਬੀਰਬਲ ਹਮੇਸ਼ਾ ਕਿਹਾ ਕਰਦਾ ਸੀ ਕਿ ਜੋ ਹੁੰਦਾ ਹੈ ਚੰਗੇ ਲਈ ਹੁੰਦਾ ਹੈ, ਪਰ ਬਾਦਸ਼ਾਹ ਅਕਬਰ ਇਸ ਨੂੰ ਹਮੇਸ਼ਾ ਗਲਤ ਕਿਹਾ ਕਰਦੇ ਸਨ। ਇੱਕ ਦਿਨ ਬਾਦਸ਼ਾਹ ਅਕਬਰ ਕੋਲੋਂ ਆਪਣੀ ਤਲਵਾਰ ਸੰਭਾਲਦੇ ਸੰਭਾਲਦੇ ਉਹਨਾਂ ਦੀ ਚੁੱਚੀ ਉਂਗਲੀ ਹੀ ਕੱਟੀ ਗਈ। ਬੀਰਬਲ ਨੇ ਤੁਰੰਤ ਆਖਿਆ, ਚਿੰਤਾ ਨਾ ਕਰੋ, ਜੋ ਹੁੰਦਾ ਹੈ ਉਸ ਦੇ ਪਿੱਛੇ ਕੋਈ ਕਾਰਨ ਹੁੰਦਾ ਹੈ ਔਰ ਉਹ ਕਾਰਨ ਚੰਗੇ ਲਈ ਹੁੰਦਾ ਹੈ। ਬਾਦਸ਼ਾਹ ਅਕਬਰ ਨੂੰ ਬੀਰਬਲ ਤੇ ਬਹੁਤ ਗੁੱਸਾ ਆਇਆ ਅਤੇ ਉਹਨਾਂ ਨੇ ਉਹਨੂੰ ਜੇਲ੍ਹ ਵਿੱਚ ਹੀ ਬੰਦ ਕਰ ਦਿੱਤਾ। ਆਪਣਾ ਮਨ ਬਦਲਣ ਦੇ ਲਈ ਥੋੜੇ ਦਿਨਾਂ ਬਾਅਦ ਉਹ ਸ਼ਿਕਾਰ ਖੇਡਣ ਲਈ ਚਲੇ ਗਏ। ਥੋੜੀ ਹੀ ਦੂਰੀ ਤੇ ਜਾ ਕੇ ਉਹ ਆਪਣੀ ਸ਼ਿਕਾਰ ਡੋਲੀ ਤੋਂ ਵਿਛੜ ਗਏ ਅਤੇ ਅਚਾਨਕ ਹੀ ਕੁਝ ਆਦੀਵਾਸੀਆਂ ਨੇ ਆ ਕੇ ਉਹਨਾਂ ਨੂੰ ਘੇਰਾ ਪਾ ਲਿਆ ਮਨੁੱਖਤਾ ਦੀ ਬਲੀ ਦੇਣ ਦੇ ਲਈ। ਉਹਨਾਂ ਨੂੰ ਬੱਕਰੀ ਦੇ ਬਲੇ ਦੀ ਤਰ੍ਹਾਂ ਬੰਨ੍ਹ ਕੇ ਮੰਦਿਰ ਤੱਕ ਲਿਜਾਇਆ ਗਿਆ। ਜਦੋਂ ਮੰਦਿਰ ਜਾ ਕੇ ਪੰਡਿਤ ਨੇ ਉਹਨਾਂ ਦੀ ਜਾਂਚ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਬਲੀ ਦੇਣ ਦੇ ਲਾਇਕ ਨਹੀਂ ਹੈ ਕਿਉਂਕਿ ਇਸ ਦੀ ਇੱਕ ਉਂਗਲੀ ਹੀ ਨਹੀਂ ਹੈ। ਇਹ ਦੇਖ ਕੇ ਬਾਦਸ਼ਾਹ ਅਕਬਰ ਨੂੰ ਛੱਡ ਦਿੱਤਾ ਗਿਆ। ਬਾਦਸ਼ਾਹ ਨੇ ਮਹਿਲ ਆ ਕੇ ਸਭ ਤੋਂ ਪਹਿਲਾਂ ਭਗਵਾਨ ਦਾ ਧੰਨਵਾਦ ਕੀਤਾ ਉਂਗਲੀ ਕੱਟਣ ਕਰਕੇ, ਅਤੇ ਫਿਰ ਤੁਰੰਤ ਬੀਰਬਲ ਦੇ ਕੋਲ ਪਹੁੰਚੇ ਅਤੇ ਬੀਰਬਲ ਨੂੰ ਕਿਹਾ ਕਿ ਤੈਨੂੰ ਜੇਲ੍ਹ ਵਿੱਚ ਪਾਉਣ ਕਰਕੇ ਮੈਂ ਮੁਆਫੀ ਮੰਗਦਾ ਹਾਂ। ਹੁਣ ਮੈਨੂੰ ਸਮਝ ਆ ਗਿਆ ਹੈ ਕਿ ਉਂਗਲੀ ਕੱਟਣਾ ਮੇਰੇ ਲਈ ਕਿਸ ਤਰ੍ਹਾਂ ਫਾਇਦੇਮੰਦ ਸੀ, ਪਰੰਤੂ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਭਗਵਾਨ ਨੇ ਤੈਨੂੰ ਜੇਲ੍ਹ ਵਿੱਚ ਪਾ ਕੇ ਤੇਰਾ ਕੀ ਚੰਗਾ ਕੀਤਾ। ਤਾਂ ਉਹ ਕਹਿੰਦਾ, ਬਾਦਸ਼ਾਹ, ਅਗਰ ਤੁਸੀਂ ਮੈਨੂੰ ਜੇਲ੍ਹ ਵਿੱਚ ਬੰਦ ਨਾ ਕਰਦੇ ਤਾਂ ਸ਼ਿਕਾਰ ਖੇਡਣ ਦੇ ਲਈ ਤੁਸੀਂ ਮੈਨੂੰ ਆਪਣੇ ਨਾਲ ਲੈ ਜਾਣਾ ਸੀ ਅਤੇ ਆਦੀਵਾਸੀਆਂ ਨੇ ਤੁਹਾਨੂੰ ਛੱਡ ਕੇ ਅਤੇ ਮੇਰੀ ਬਲੀ ਦੇ ਦੇਣੀ ਸੀ। ਇਸ ਲਈ ਭਗਵਾਨ ਨੇ ਮੈਨੂੰ ਜੇਲ੍ਹ ਵਿੱਚ ਬੰਦ ਕਰਕੇ ਮੇਰਾ ਚੰਗਾ ਕੀਤਾ ਹੈ। ਇਸ ਸਟੋਰੀ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਪਰਿਸਥਿਤੀਆਂ ਦੀ ਚੰਗੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਨਾਲ ਸਾਨੂੰ ਨੈਤਿਕ ਬਲ ਮਿਲਦਾ ਹੈ ਅਤੇ ਆਪਣੀ ਜ਼ਿੰਦਗੀ ਵਿੱਚ ਚੰਗੀ ਅਤੇ ਤੇਜ਼ ਗਤੀ ਦੇ ਨਾਲ ਕੰਮ ਕਰਨ ਦੀ ਊਰਜਾ ਮਿਲਦੀ ਹੈ। ਸਹੀ ਅਤੇ ਗਲਤ ਵਿੱਚ ਫਰਕ, ਇਹਨਾਂ ਦੋਨਾਂ ਵਿੱਚ ਫਰਕ ਕਰਦੇ ਕਰਦੇ ਅਸੀਂ ਆਪਣੇ ਬਹੁਤ ਹੀ ਪਿਆਰੇ ਰਿਸ਼ਤੇ ਕਈ ਵਾਰ ਗਵਾ ਬੈਠਦੇ ਹਾਂ। ਮੈਂ ਤੁਹਾਡੀ ਆਪਣੀ ਫਰੈਂਡ ਮਾਨਕਰ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਪਿਆਰੀ ਸਟੋਰੀ ਲੈ ਕੇ ਹਾਜ਼ਰ ਹਾਂ। ਇੱਕ ਵਾਰ ਅਕਬਰ ਬਾਦਸ਼ਾਹ ਸ਼ਾਂਤ ਚਿੱਤ ਬੈਠੇ ਸੋਚ ਰਹੇ ਸਨ ਕਿ ਅਸੀਂ ਰੋਜ਼ ਇੰਨਾ ਇਨਸਾਫ ਕਰਦੇ ਹਾਂ, ਇੰਨੇ ਫੈਸਲੇ ਕਰਦੇ ਹਾਂ, ਪਰ ਸਾਨੂੰ ਨੈਤਿਕ ਤੌਰ 'ਤੇ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਸਹੀ ਅਤੇ ਗਲਤ ਵਿੱਚ ਫਰਕ ਕਿੰਨਾ ਹੁੰਦਾ। ਸਵਾਲ ਤਾਂ ਇਹ ਹੈ, ਸਹੀ ਅਤੇ ਗਲਤ ਵਿੱਚ ਫਰਕ ਕੀ ਹੈ। ਤਾਂ ਉਹ ਅਗਲੇ ਹੀ ਦਿਨ ਇੱਕ ਆਮ ਵਾਂਗ ਆਪਣੇ ਦਰਬਾਰ ਵਿੱਚ ਗਏ। ਉਹਨਾਂ ਨੇ ਦਰਬਾਰੀਆਂ ਨੂੰ ਜਾ ਕੇ ਪੁੱਛਿਆ ਕਿ ਦੱਸੋ ਸਹੀ ਅਤੇ ਗਲਤ ਵਿੱਚ ਫਰਕ ਕੀ ਹੈ। ਉਹ ਸਾਰੇ ਦਰਬਾਰੀ ਇੱਕ ਦੂਸਰੇ ਦੇ ਮੂੰਹ ਵੱਲ ਵੇਖਣ ਲੱਗ ਗਏ। ਬਾਦਸ਼ਾਹ ਸਮਝ ਗਏ ਕਿ ਉਹਨਾਂ ਕੋਲ ਇਸ ਗੱਲ ਦਾ ਜਵਾਬ ਨਹੀਂ ਹੋ ਸਕਦਾ। ਤਾਂ ਉਹਨਾਂ ਨੇ ਬੀਰਬਲ ਨੂੰ ਪੁੱਛਿਆ ਕਿ ਬੀਰਬਲ, ਹੁਣ ਤੂੰ ਹੀ ਦੱਸ, ਸਹੀ ਅਤੇ ਗਲਤ ਵਿੱਚ ਫਰਕ ਕਿੰਨਾ ਹੈ। ਤਾਂ ਬੀਰਬਲ ਫੌਰਨ ਬੋਲੇ, 4 ਉਂਗਲਾਂ ਦਾ ਫਰਕ ਹੈ ਬਾਦਸ਼ਾਹ। ਤਾਂ ਉਹ ਹੈਰਾਨ ਹੋ ਗਏ। ਉਹ ਤਾਂ ਸਮਝਦੇ ਸਨ ਕਿ ਇਸ ਗੱਲ ਦਾ ਕੋਈ ਜਵਾਬ ਹੀ ਨਹੀਂ ਹੋ ਸਕਦਾ। ਉਹ ਹੈਰਾਨ ਹੋਏ। ਉਹਨਾਂ ਨੇ ਬੀਰਬਲ ਨੂੰ ਆਖਿਆ, ਗੱਲ ਖੋਲ ਕੇ ਦੱਸ। ਤਾਂ ਉਹਨਾਂ ਨੇ ਕਿਹਾ, ਆਲਮ, ਅੱਖਾਂ ਅਤੇ ਕੰਨ ਵਿੱਚ ਸਿਰਫ 4 ਉਂਗਲਾਂ ਦੀ ਵਿੱਥ ਹੈ। ਸਹੀ ਅਤੇ ਗਲਤ ਦੀ ਦੂਰੀ ਵੀ ਇੰਨੀ ਹੀ ਹੈ। ਜੋ ਅਸੀਂ ਅੱਖਾਂ ਨਾਲ ਵੇਖਦੇ ਹਾਂ ਉਹ ਸਹੀ ਹੈ ਅਤੇ ਜੋ ਅਸੀਂ ਕੰਨਾਂ ਨਾਲ ਸੁਣਦੇ ਹਾਂ ਉਹ ਕਈ ਵਾਰ ਗਲਤ ਵੀ ਹੋ ਸਕਦਾ ਹੈ। ਇਸੇ ਕਰਕੇ ਸਹੀ ਅਤੇ ਗਲਤ ਦੇ ਵਿੱਚ 4 ਉਂਗਲਾਂ ਦੀ ਦੂਰੀ ਮੰਨੀ ਜਾਂਦੀ ਹੈ। ਬਾਦਸ਼ਾਹ ਆਲਮ ਇਹ ਜਵਾਬ ਸੁਣ ਕੇ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਕਿਹਾ, ਸ਼ਾਬਾਸ਼ ਬੀਰਬਲ, ਤੁਹਾਡੀ ਅਕਲ ਅਤੇ ਹੁਸ਼ਿਆਰੀ ਦਾ ਕੋਈ ਜਵਾਬ ਨਹੀਂ। ਕਿਸੇ ਨੇ ਸੱਚ ਹੀ ਕਿਹਾ ਹੈ, ਜਦੋਂ ਕੋਈ ਇਨਸਾਨ ਕੋਈ ਗਲਤੀ ਕਰਦਾ ਤਾਂ ਉਹਦੇ ਮਨ ਵਿੱਚ ਡਰ ਜ਼ਰੂਰ ਰਹਿੰਦਾ। ਅੱਜ ਮੈਂ ਤੁਹਾਡੀ ਆਪਣੀ ਫਰੈਂਡ ਮਾਨਕਰ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਪਿਆਰੀ ਜਿਹੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ, ਚੋਰ ਦੀ ਤਾੜੇ ਵਿੱਚ ਤਿਨਕਾ। ਇੱਕ ਵਾਰ ਬਾਦਸ਼ਾਹ ਅਕਬਰ ਦੇ ਮਨ ਵਿੱਚ ਬੀਰਬਲ ਦੀ ਚਤੁਰਾਈ ਪਰਖਣ ਦੀ ਇੱਛਾ ਪ੍ਰਗਟ ਹੋਈ ਤਾਂ ਉਹਨਾਂ ਨੇ ਆਪਣੇ ਹੱਥ ਵਿੱਚੋਂ ਇੱਕ ਅੰਗੂਠੀ ਲਾ ਕੇ ਆਪਣੇ ਇੱਕ ਦਰਬਾਰੀ ਨੂੰ ਦੇ ਦਿੱਤੀ ਅਤੇ ਕਿਹਾ ਕਿ ਇਸ ਨੂੰ ਲੁਕੋ ਲੈ, ਇਸ ਨੂੰ ਇਸ ਦੇ ਬਾਰੇ ਵਿੱਚ ਕਿਸੇ ਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ। ਤਾਂ ਉਸ ਦਰਬਾਰੀ ਨੇ ਅੰਗੂਠੀ ਨੂੰ ਲੁਕੋ ਲਿਆ। ਥੋੜੀ ਦੇਰ ਬਾਅਦ ਬੀਰਬਲ ਜਦੋਂ ਦਰਬਾਰ ਵਿੱਚ ਆਏ ਤਾਂ ਅਕਬਰ ਬਾਦਸ਼ਾਹ ਨੇ ਉਹਨੂੰ ਕਿਹਾ ਕਿ ਅੱਜ ਮੇਰੀ ਇੱਕ ਅੰਗੂਠੀ ਗੁੰਮ ਹੋ ਗਈ ਹੈ, ਉਹ ਮੈਨੂੰ ਅਤਿਅੰਤ ਪਿਆਰੀ ਸੀ, ਤੁਸੀਂ ਉਹਨੂੰ ਕਿਸੇ ਵੀ ਤਰ੍ਹਾਂ ਲੱਭ ਕੇ ਲਿਆਓ। ਬੀਰਬਲ ਨੇ ਘੁਮਾ ਫਿਰਾ ਕੇ ਅਕਬਰ ਬਾਦਸ਼ਾਹ ਕੋਲੋਂ ਪੁੱਛਣਾ ਸ਼ੁਰੂ ਕੀਤਾ, ਕਿੱਥੇ ਡਿੱਗੀ ਸੀ, ਕਿੱਥੇ ਰੱਖੀ ਸੀ, ਪਰ ਬਾਦਸ਼ਾਹ ਇੱਕੋ ਹੀ ਗੱਲ ਕਰਦੇ, ਮੈਨੂੰ ਨਹੀਂ ਪਤਾ, ਪਰ ਤੂੰ ਲੱਭ ਕੇ ਲਿਆ। ਬੀਰਬਲ ਨੂੰ ਸ਼ੱਕ ਹੋ ਗਿਆ ਕਿ ਕਿਤੇ ਉਹਨੂੰ ਮੂਰਖ ਤਾਂ ਨਹੀਂ ਬਣਾਇਆ ਜਾ ਰਿਹਾ। ਤਾਂ ਉਸਨੇ ਸਾਰੇ ਦਰਬਾਰੀਆਂ ਵੱਲ ਵੇਖਿਆ
ਤਾਂ ਉਹ ਵੀ ਸਾਰੇ ਮੁਸਕਰਾ ਰਹੇ ਸਨ। ਉਸਨੂੰ ਹੁਣ ਪੱਕਾ ਯਕੀਨ ਹੋ ਗਿਆ ਕਿ ਉਸਨੂੰ ਮੂਰਖ ਬਣਾਇਆ ਜਾ ਰਿਹਾ ਹੈ। ਤਾਂ ਉਸਨੇ ਕਿਹਾ, ਠੀਕ ਹੈ, ਮੈਂ ਹੁਣੇ ਤੁਹਾਡੀ ਅੰਗੂਠੀ ਲੱਭ ਕੇ ਲਿਆਉਂਦਾ ਹਾਂ। तो उसने अखा बंद करके एक मंत्र जा जपना शुरू कर दिता। थोड़ी देर बाद अखा खोलियां ते कहा, महाराज तुहाडी अंगूठी किते नहीं गई, वो इत्थे ही है, वो किसी दरबारी कुल है अते जिहड़े दरबारी कुल है उसकी दाड़ी विच एक तिनका है। बीरबल दी अखां चारे पासे घुमणियां सन। जिहड़े दरबारी कोल अंगूठी सी वो फौरन चौंक पिया अते उसने अपनी दाड़ी ते हथ फेर दिता। बीरबल तुरंत उसके कोल पहुंचा ते उसका हाथ फड़ के कहता है, अकबर बादशाह तुहाडी अंगूठी इस साहिब दे कोल है, मेरी गुजारिश है कि इन्हां दी तलाशी ली जाए। अकबर बादशाह नूं तां सब पता ही सी। बीरबल ने अकबर बादशाह दी अंगूठी लभण दे लई किहड़ी युक्ति वरती वो तां अकबर बादशाह नूं समझ नहीं आई, पर उसकी चतुराई ते वो बहुत खुश होए। बीरबल इन्ना चतुर सी कि उहदे कोल हर समस्या के अनुसार उसका हल लभण दी युक्ति हुंदी सी। उस कोल मनुख दा सुभाव पढ़न दा ढंग सी। कहा जाता है कि हुसन पहला दिखता है ते गुण बाद विच, पर गुणा की कदर पहला हुंदी है, हुसन की कदर बाद विच हुंदी है। अज मैं तुहाडी अपनी फ्रेंड मानकर तुहाडे नाल एक बहुत ही प्यारी जी स्टोरी शेयर करना चाहती हाँ, हूर अते चुड़ैल विच अंतर। एक बार बादशाह अकबर ने बीरबल कोलों सवाल पूछा कि साडी पुस्तकां विच शास्त्रां विच बहुत जगह ते हूर अते चुड़ैल दा जिक्र आंदा है, पर तुसीं इन्हां दोनों विच अंतर दस सकते हो? तां बीरबल ने आख्या कि मैं जुबानी दस्सण दी बजाय तुहानूं सामने लिया के खड़ा कर दिना हाँ अते तुसीं दोनों दा अंतर आप ही खुद ही समझ आओगे। तां बादशाह अकबर ने कहा, इस तो चंगी होर की गल हो सकती है, तां तुसीं कल ही उन्हां नूं पेश करो। अगले दिन बीरबल दो औरतां दे नाल दरबार विच आए। एक उन्हां दी अपनी बीवी सधारण जी औरत सी अते दूसरे पासे उन्होंने सजी तजी रूपवती इस्त्री नूं खड़ा कर दिता ते बादशाह नूं कहा कि ये मेरी पत्नी है, ये अप्सरा है, इहदी घर गृहस्थी नाल इहदी सेवावां नाल मैनूं स्वर्ग दा सुख इस लोक विच ही प्राप्त हुंदा है। तां बादशाह बड़े हैरान होए, कहते कि अप्सरा तो बहुत सुंदर हुंदी है, ये तो एक सधारण जी औरत है, ये अप्सरा किवें हो सकती है? तब बीरबल ने कहा कि इंसान का असली गुण सुंदरता नहीं हुंदा, औरत का असली गुण चरित्रवान होना, गुणवान होना ते अपने पति के प्रति निष्ठावान होना हुंदा है। अजिही पत्नी जिसनों मिल जाती है वो पुरुष इस लोक विच इस स्वर्ग का सुख भोगदा है ते उसनों अपनी अप्सरा समझदा। ते दूसरे पासे ये वो औरत है जिहड़ी सर्वनाश करके छड़दी है। ये इसका हुसन सिर्फ एक शिकार दे वजों किसी पुरुष नूं फसाउण दा काम करता है। वो इसके पीछे लग के अपना घर बार बच्चे परिवार सब नूं भुल जाता है, कमाउणा तक भुल जाता है। वो इसके पीछे लग के अपनी इज्जत धन अते सेहत सब कुछ गवा बैठता है। ये बेसवा इस्त्री इंसान का अंत तक सर्वनाश करके छड़ती है, उसके घर परिवार नूं बर्बाद कर दिंदी है। तब बादशाह अकबर कहते वाकई मन गए, तुसीं दसो तुहानूं की इनाम चाहिए है? तो उन्होंने कहा कि मैनू अपने लिए कोई इनाम नहीं चाहिए, पर इस औरत के लिए मैनू एक इनाम चाहिए है। बादशाह बड़े हैरान हुए कि बेसवा दे लिए तुहानूं इनाम चाहिए है? तो कहते हाँ महाराज, तुसीं इनू इन्ना धन देवो कि ये कदे भी चुड़ैल बन के किसी भी घर नूं बर्बाद ना करे। ये अपने हुसन के पिछे ला के किसी भी पुरुष नूं उसके घर परिवार नूं बिल्कुल सर्वनाश ना कर देवे। तब बादशाह अकबर नूं उसकी गल होर चंगी लगी ते उन्होंने उस औरत नूं बेसवा औरत नूं इन्ना धन दिता अते कहा कि तू कि बेसवा वाला काम छड़ दिता जाए ते उन्होंने इज्जत नाल विदा कर दिता। इस स्टोरी तो सानू सीखने को मिलता है कि इंसान का असली गुण उसका चरित्रवान होना ही हुंदा है, उसकी सुंदरता तो बाद विच वेखी जाती है। जेठ वैसाख का महीना सी, रमजान के दिन चल रहे सन। बादशाह अकबर लई अते मुल्ले प्याजा दे लई ये दिन बड़े भारी पैंदे सन, पर धर्मरीत नूं तां निभाउणा ही पैंदा सी। अजिही एक दिन बादशाह मुल्ला दो प्याजा नूं लैके शाम नूं घूमदे घूमदे बीरबल दे घर कोल पहुंचे। तो उन्होंने सोचा कि बीरबल नूं मिलदे हां, उसदे नाल मनोरंजन भी हो जाएगा अते दिन भी पास हो जाएगा। जदों शाही सवारी बीरबल दे घर कोल पहुंची तां बीरबल लू वग रही सी
ਬੀਰਬਲ ਮਕਾਨ ਦੇ ਭੋਰੇ ਵਿੱਚ ਅੰਧੇਰੀ ਅਤੇ ਠੰਡੀ ਕੋਠੜੀ ਵਿੱਚ ਆਰਾਮ ਕਰ ਰਹੇ ਸਨ। ਮੁੱਲਾ ਦੋ ਪਿਆਜ਼ਾ ਦਾ ਤੇ ਬੀਰਬਲ ਦੀ ਨੋਕ-ਝੋਕ ਦਾ ਮਜ਼ਾ ਹੀ ਦੇਖਣ ਨੂੰ ਕੁਝ ਹੋਰ ਸੀ। ਜਦੋਂ ਬਾਦਸ਼ਾਹ ਕੋਠੜੀ ਵਿੱਚ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਬੀਰਬਲ ਸਾਹਿਬ, ਅੱਜ ਪਰਦਿਆਂ ਪਿੱਛੇ ਮੂੰਹ ਛੁਪਾ ਕੇ ਕਿਉਂ ਬੈਠੇ ਹੋ? ਮੁੱਲਾ ਦੋ ਪਿਆਜ਼ਾ ਨੇ ਤੁਰੰਤ ਚੋਟ ਮਾਰੀ। ਕਹਿੰਦੇ, ਤੁਹਾਨੂੰ ਨਹੀਂ ਪਤਾ, ਇਸਲਾਮ ਧਰਮ ਦੇ ਮੁਤਾਬਿਕ ਰਮਜ਼ਾਨ ਦੇ ਦਿਨਾਂ ਵਿੱਚ ਸ਼ੈਤਾਨ ਕੈਦ ਕਰ ਦਿੱਤੇ ਜਾਂਦੇ ਹਨ। ਤਾਂ ਬਾਦਸ਼ਾਹ ਦੇ ਮੁੱਲਾਂ ਤੇ ਮੁਸਕਰਾਹਟ ਫੁੱਟਣ ਲੱਗੀ, ਪਰ ਬੀਰਬਲ ਤਾਂ ਬੀਰਬਲ ਹੀ ਸੀ। ਉਹਨਾਂ ਨੇ ਅੱਗੋਂ ਜਵਾਬ ਦਿੱਤਾ, ਅੱਛਾ, ਤਾਂ ਹੀ ਬਾਦਸ਼ਾਹ ਅਕਬਰ ਤੁਹਾਨੂੰ ਫੜ ਕੇ ਇੱਥੇ ਲੈ ਕੇ ਆਏ ਹਨ। ਤਾਂ ਬਾਦਸ਼ਾਹ ਦਾ ਹੱਸਦੇ ਹੱਸਦੇ ਬੁਰਾ ਹਾਲ ਹੋ ਗਿਆ। ਕਹਿੰਦੇ ਹਨ ਕਿ ਮੁੱਲਾ ਦੋ ਪਿਆਜ਼ਾ ਅਤੇ ਬੀਰਬਲ ਦੀ ਨੋਕ-ਝੋਕ ਦੇਖਣ ਵਾਲੀ ਹੁੰਦੇ ਸਨ। ਮੁੱਲਾ ਦੋ ਪਿਆਜ਼ਾ ਕਾਫੀ ਉਮਰ ਦੇ ਹੋ ਚੁੱਕੇ ਸਨ, ਪਰ ਉਹਨਾਂ ਨੇ ਵਿਆਹ ਨਹੀਂ ਕਰਵਾਇਆ ਸੀ। ਇੱਕ ਦਿਨ ਬਾਦਸ਼ਾਹ ਨੇ ਕਿਹਾ ਕਿ ਮੁੱਲਾ ਦੋ ਪਿਆਜ਼ਾ ਜੀ, ਤੁਸੀਂ ਸ਼ਾਦੀ ਕਿਉਂ ਨਹੀਂ ਕਰਵਾ ਲੈਂਦੇ? ਤਾਂ ਮੁੱਲਾ ਦੋ ਪਿਆਜ਼ਾ ਨੇ ਕਿਹਾ ਕਿ ਮੈਂ ਤਾਂ ਇੱਕ ਵਿਧਵਾ ਨਾਲ ਸ਼ਾਦੀ ਕਰਵਾਉਣਾ ਚਾਹੁੰਦਾ ਹਾਂ, ਜਿਸ ਨਾਲ ਵਿਆਹ ਵੀ ਹੋ ਜਾਵੇਗਾ ਅਤੇ ਪੁੰਨ ਵੀ ਮਿਲ ਜਾਵੇਗਾ। ਤਾਂ ਬੀਰਬਲ ਤੁਰੰਤ ਬੋਲੇ, ਅੰਮਾ, ਤੁਸੀਂ ਵਿਆਹ ਤਾਂ ਕਰਾਓ, ਥੋੜੇ ਦਿਨਾਂ ਬਾਅਦ ਹੀ ਉਹ ਵਿਧਵਾ ਆਪ ਹੀ ਹੋ ਜਾਣਗੇ। ਕਿਹਾ ਜਾਂਦਾ ਹੈ ਕਿ ਹਾਸੇ ਠੱਟੇ ਜ਼ਿੰਦਗੀ ਦੀ ਬਹੁਤ ਹੀ ਇੱਕ ਅਨਮੋਲ ਖਜ਼ਾਨਾ ਹੈ। ਇਹ ਆਪਣੀ ਜ਼ਿੰਦਗੀ ਵਿੱਚ ਨੇਕ ਹਾਸੇ ਜਿਹੜੇ ਹਨ, ਬਹੁਤ ਹੀ ਪਿਆਰਾ ਜਿਹਾ ਮਾਹੌਲ ਕ੍ਰੀਏਟ ਕਰ ਦਿੰਦੇ ਹਨ। ਇਹ ਵੀ ਇੱਕ ਤਰ੍ਹਾਂ ਦੀ ਕਸਰਤ ਹੀ ਮੰਨੀ ਜਾਂਦੀ ਹੈ। ਤੁਸੀਂ ਇਸ ਤਰ੍ਹਾਂ ਦੀਆਂ ਸਟੋਰੀਜ਼ ਆਪਣੇ ਬੱਚਿਆਂ ਨਾਲ ਸ਼ੇਅਰ ਕਰੋ। ਇਹਨਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਹਾਸਾ ਵੀ ਆਏਗਾ ਅਤੇ ਉਹਨਾਂ ਦੀ ਬੁੱਧੀ ਦਾ ਵਿਕਾਸ ਵੀ ਹੋਵੇਗਾ। ਕਿਹਾ ਜਾਂਦਾ ਹੈ ਕਿ ਇਨਸਾਨ ਨੂੰ ਹਮੇਸ਼ਾ ਆਪਣੀਆਂ ਕਮੀਆਂ ਨੂੰ ਵੇਖ ਕੇ ਝੂਰਦੇ ਨਹੀਂ ਰਹਿਣਾ ਚਾਹੀਦਾ, ਸਗੋਂ ਆਪਣੇ ਗੁਣਾਂ ਨੂੰ ਨਿਖਾਰਨਾ ਚਾਹੀਦਾ। ਅੱਜ ਮੈਂ ਤੁਹਾਡੀ ਆਪਣੀ ਫਰੈਂਡ ਮਾਨਕੌਰ ਤੁਹਾਡੇ ਨਾਲ ਇੱਕ ਬਹੁਤ ਹੀ ਪਿਆਰੀ ਜਿਹੀ ਸਟੋਰੀ ਸ਼ੇਅਰ ਕਰਨਾ ਚਾਹੁੰਦੀ ਹਾਂ। ਇੱਕ ਵਾਰ ਬਾਦਸ਼ਾਹ ਅਕਬਰ ਦੇ ਦਰਬਾਰ ਵਿੱਚ ਹਾਸ ਰਸ ਚੱਲ ਰਿਹਾ ਸੀ। ਸਾਰੇ ਦਰਬਾਰੀ ਮਖੌਲ ਕਰ ਕਰਕੇ ਖੁਸ਼ ਹੋ ਰਹੇ ਸਨ। ਤਾਂ ਇੱਕ ਦਰਬਾਰੀ ਨੂੰ ਸ਼ਰਾਰਤ ਸੂਝੀ। ਉਸਨੇ ਸੋਚਿਆ ਕਿ ਬੀਰਬਲ ਨੂੰ ਥੋੜਾ ਤੰਗ ਕੀਤਾ ਜਾਵੇ। ਉਸਨੇ ਕਿਹਾ ਕਿ ਜਦੋਂ ਗੋਰਾ ਰੰਗ ਵੰਡਿਆ ਜਾ ਰਿਹਾ ਸੀ ਤਾਂ ਤੁਸੀਂ ਕਿੱਥੇ ਰਹਿ ਗਏ ਸੀ ਬੀਰਬਲ ਸਾਹਿਬ? ਸਾਰੇ ਦਰਬਾਰੀ ਹੱਸਣ ਲੱਗੇ ਅਤੇ ਬਾਦਸ਼ਾਹ ਵੀ ਹੱਸੇ ਬਿਨਾਂ ਨਾ ਰਹਿ ਸਕੇ, ਕਿਉਂਕਿ ਸਾਰੇ ਦਰਬਾਰੀਆਂ ਸਮੇਤ ਤੇ ਬਾਦਸ਼ਾਹ ਸਾਰੇ ਹੀ ਗੋਰੇ ਰੰਗ ਦੇ ਸਨ, ਇਕੱਲਾ ਬੀਰਬਲ ਹੀ ਸਾਂਵਲੇ ਰੰਗ ਦਾ ਸੀ। ਤਾਂ ਸਾਰੇ ਕਹਿਣ ਲੱਗੇ, ਹਾਂ ਹਾਂ ਦੱਸੋ ਬੀਰਬਲ ਸਾਹਿਬ, ਜਦੋਂ ਖੂਬਸੂਰਤੀ ਵੰਡੀ ਜਾ ਰਹੀ ਸੀ ਤਾਂ ਤੁਸੀਂ ਕਿੱਥੇ ਰਹਿ ਗਏ ਸੀ? ਤਾਂ ਸਾਰੇ ਸੋਚਦੇ ਸਨ ਕਿ ਬੀਰਬਲ ਜਵਾਬ ਦੇਵੇਗਾ ਕਿ ਮੇਰੇ ਬਦਸੂਰਤ ਹੋਣ ਵਿੱਚ ਮੇਰਾ ਕੀ ਦੋਸ਼ ਹੈ, ਇਸ ਵਿੱਚ ਤਾਂ ਮੇਰੇ ਮਾਂ-ਬਾਪ ਦਾ ਅਤੇ ਮੇਰੇ ਸੰਸਕਾਰਾਂ ਦਾ ਦੋਸ਼ ਹੈ। ਪਰ ਬੀਰਬਲ ਤਾਂ ਬੀਰਬਲ ਸੀ। ਉਹ ਬਾਅਦਬ ਖੜੇ ਹੋਏ ਅਤੇ ਕਹਿੰਦੇ ਕਿ ਗੁਸਤਾਖੀ ਮਾਫ ਜਾਪਨਾ, ਜਦੋਂ ਖੂਬਸੂਰਤੀ ਵੰਡੀ ਜਾ ਰਹੀ ਸੀ ਤਾਂ ਇਕੱਲੀ ਸਿਰਫ ਖੂਬਸੂਰਤੀ ਨਹੀਂ ਵੰਡੀ ਜਾ ਰਹੀ ਸੀ, ਤਾਂ 3 ਹੋਰ ਚੀਜ਼ਾਂ ਵੰਡੀਆਂ ਜਾ ਰਹੀਆਂ ਸਨ, ਅਕਲ, ਦੌਲਤ ਅਤੇ ਤਾਕਤ। ਜਦੋਂ ਮੇਰੀ ਵਾਰੀ ਆਈ ਤਾਂ ਮੈਂ ਅਕਲ ਲੈਣ ਵੱਲ ਭੱਜਿਆ, ਜਿੱਥੇ ਅਕਲ ਵੰਡੀ ਜਾ ਰਹੀ ਸੀ। ਸਾਰੇ ਇੱਕ ਇੱਕ ਮੁੱਠੀ ਦੌਲਤ, ਤਾਕਤ, ਅਕਲ ਤੇ ਖੂਬਸੂਰਤੀ ਇਕੱਠੀ ਕਰ ਰਹੇ ਸੀ, ਪਰ ਮੈਂ ਉੱਥੇ 4 ਮੁੱਠੀ ਅਕਲ ਇਕੱਠਾ ਕਰਦਾ ਰਹਿ ਗਿਆ। ਅਕਲ ਦੇ ਚੱਕਰ ਵਿੱਚ ਖੂਬਸੂਰਤੀ, ਤਾਕਤ ਅਤੇ ਦੌਲਤ ਰਹਿ ਹੀ ਗਈਆਂ। ਤਾਂ ਸਾਰੇ ਦਰਬਾਰੀ ਹੱਸਣ ਲੱਗ ਗਏ ਅਤੇ ਬਾਦਸ਼ਾਹ ਵੀ ਹੱਸਦੇ ਹੱਸਦੇ ਕਹਿਣ ਲੱਗੇ, ਵਾਹ ਬੀਰਬਲ। ਇਸ ਤਰ੍ਹਾਂ ਬੀਰਬਲ ਨੇ ਸਿਰਫ ਖੂਬਸੂਰਤੀ ਦਾ ਨਹੀਂ, ਦੌਲਤ ਅਤੇ ਤਾਕਤ ਦਾ ਵੀ ਮਜ਼ਾਕ ਉਡਾ ਦਿੱਤਾ ਅਤੇ ਸਾਰੇ ਦਰਬਾਰੀਆਂ ਨਾਲੋਂ ਆਪਣੇ ਆਪ ਨੂੰ 3 ਗੁਣਾ ਵੱਧ ਅਕਲਮੰਦ ਸਾਬਤ ਕਰ ਦਿੱਤਾ। ਇਸ ਨੂੰ ਕਹਿੰਦੇ ਹਨ ਨਹਿਲੇ ਤੇ ਦੈਲਾ ਮਾਰਨਾ। ਜਦੋਂ ਵੀ ਮਜ਼ਾਕ ਕੀਤਾ ਜਾਵੇ ਤਾਂ ਅਗਲੇ ਇਨਸਾਨ ਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਮਜ਼ਾਕ ਕੀਤਾ ਕਿਸ ਨਾਲ ਹੈ। ਕਿਹਾ ਜਾਂਦਾ ਹੈ ਕਿ ਹਰ ਇੱਕ ਗੱਲ ਕਹਿਣ ਦਾ ਇੱਕ ਤਰੀਕਾ ਹੁੰਦਾ ਹੈ, ਔਰ ਜਿਸ ਇਨਸਾਨ ਨੂੰ ਉਹ ਤਰੀਕਾ ਆਉਂਦਾ ਹੈ, ਕਾਮਯਾਬੀ ਉਹਦੇ ਪੈਰ ਜ਼ਰੂਰ ਚੁੰਮਦੀ ਹੈ। ਮੈਂ ਤੁਹਾਡੀ ਆਪਣੀ ਫਰੈਂਡ ਮਾਨਕੌਰ ਤੁਹਾਡੇ ਸਾਹਮਣੇ ਅੱਜ ਇੱਕ ਬਹੁਤ ਹੀ ਪਿਆਰੀ ਜਿਹੀ ਸਟੋਰੀ ਲੈ ਕੇ ਹਾਜ਼ਰ ਹਾਂ। ਇੱਕ ਵਾਰ ਬਾਦਸ਼ਾਹ ਅਕਬਰ ਨੂੰ ਕੋਈ ਇਨਸਾਨ ਇੱਕ ਤੋਤਾ ਗਿਫਟ ਕਰ ਗਿਆ। ਤਾਂ ਉਹ ਤੋਤਾ ਬਹੁਤ ਵਿਦਵਾਨ ਸੀ, ਉਹ ਬਹੁਤ ਹੀ ਪਿਆਰੇ ਪਿਆਰੇ ਗੱਲਾਂ ਕਰਦਾ ਸੀ ਤੇ ਬਾਦਸ਼ਾਹ ਨੇ ਉਹਦੀ ਸੇਵਾ ਦੇ ਲਈ ਇੱਕ ਨੌਕਰ ਨਿਯੁਕਤ ਕਰ ਦਿੱਤਾ। ਪਰ ਉਸ ਨੂੰ ਸਖਤ ਹਦਾਇਤ ਦਿੱਤੀ ਗਈ ਕਿ ਕਦੇ ਵੀ ਇਹਦੀ ਦੇਖ ਰੇਖ ਵਿੱਚ ਕੋਈ ਕਮੀ ਆਈ ਜਾਂ ਇਸ ਦੇ ਬਾਅਦ ਕੋਈ ਲਾਪਰਵਾਹੀ ਆਈ ਜਾਂ ਇਸ ਦੇ ਬਾਰੇ ਕੋਈ ਬੁਰੀ ਖਬਰ ਆਈ ਨਾ, ਤਾਂ ਮੈਂ ਤੁਹਾਨੂੰ ਫਾਂਸੀ ਤੇ ਚੜਾ ਦੇਵਾਂਗਾ। ਨੌਕਰ ਸੱਚੇ ਮਨ ਦੇ ਨਾਲ ਤੋਤੇ ਦੀ ਸੇਵਾ ਕਰਨ ਲੱਗਿਆ। ਪਰ ਇੱਕ ਦਿਨ ਅਚਾਨਕ ਤੋਤਾ ਆਪਣੀ ਉਮਰ ਭੋਗ ਕੇ ਮਰ ਗਿਆ। ਨੌਕਰ ਇੰਨਾ ਘਬਰਾਇਆ ਅਤੇ ਤੁਰੰਤ ਬੀਰਬਲ ਦੇ ਕੋਲ ਪਹੁੰਚਿਆ ਅਤੇ ਉਹਦੇ ਪੈਰ ਫੜ ਲਏ। ਕਹਿੰਦਾ, ਬੀਰਬਲ ਸਾਹਿਬ ਪਲੀਜ਼ ਮੈਨੂੰ ਬਚਾਓ, ਅਗਰ ਬਾਦਸ਼ਾਹ ਨੂੰ ਪਤਾ ਲੱਗ ਗਿਆ ਤਾਂ ਉਹ ਮੈਨੂੰ ਫਾਂਸੀ ਤੇ ਚੜਾ ਦੇਣਗੇ। ਬੀਰਬਲ ਨੇ ਪੁੱਛਿਆ, ਕੀ ਹੋਇਆ ਹੈ? ਤਾਂ ਨੌਕਰ ਨੇ ਕਿਹਾ ਕਿ ਤੋਤਾ ਮਰ ਗਿਆ ਹੈ, ਪਰ ਮੈਂ ਇਹਦੇ ਵਿੱਚ ਮੇਰੀ ਕੋਈ ਗਲਤੀ ਨਹੀਂ।
ਮੈਂ ਉਸ ਦੀ ਸੇਵਾ ਤਨ ਮਨ ਨਾਲ ਕਰ ਰਿਹਾ ਸੀ, ਮੈਂ ਉਸ ਦੀ ਸੇਵਾ ਸੱਚੇ ਮਨ ਦੇ ਨਾਲ ਕਰ ਰਿਹਾ ਸੀ, ਇਸ ਦੇ ਵਿੱਚ ਮੇਰੀ ਕੋਈ ਗਲਤੀ ਨਹੀਂ ਹੈ। ਤਾਂ ਬੀਰਬਲ ਨੇ ਉਸ ਨੂੰ ਸਮਝਾਇਆ, ਕਿਹਾ ਘਬਰਾ ਨਾ, ਤੂੰ ਘਰੇ ਜਾ। ਬੀਰਬਲ ਅਕਬਰ ਬਾਦਸ਼ਾਹ ਦੇ ਕੋਲ ਗਏ ਅਤੇ ਕਿਹਾ ਕਿ ਬਾਦਸ਼ਾਹ, ਤੁਹਾਨੂੰ ਪਤਾ ਹੈ ਤੁਹਾਡਾ ਤੋਤਾ ਸੰਤ ਬਣ ਗਿਆ ਹੈ, ਉਸਨੇ ਸਮਾਧੀ ਲਾ ਲਈ ਹੈ। ਅਕਬਰ ਬਾਦਸ਼ਾਹ ਬੜੇ ਹੈਰਾਨ ਹੋਏ, ਕਹਿੰਦੇ ਬੀਰਬਲ ਇੱਦਾਂ ਵੀ ਕਦੇ ਹੁੰਦਾ ਹੈ, ਤੂੰ ਮਖੌਲ ਕਰ ਰਿਹਾ ਹੈ ਨਾ। ਤਾਂ ਬੀਰਬਲ ਬਾਦਸ਼ਾਹ ਨੂੰ ਕਹਿੰਦਾ, ਨਹੀਂ ਬਾਦਸ਼ਾਹ, ਤੁਸੀਂ ਆ ਕੇ ਵੇਖੋ, ਉਹਨੇ ਅੱਖਾਂ ਬੰਦ ਕਰ ਲਈਆਂ ਹਨ ਅਤੇ ਲੱਤਾਂ ਉੱਪਰ ਨੂੰ ਚੱਕ ਲਈਆਂ ਹਨ। ਤਾਂ ਬਾਦਸ਼ਾਹ ਬੀਰਬਲ ਦੇ ਨਾਲ ਉਹਨੂੰ ਦੇਖਣ ਨਹੀਂ ਗਏ ਅਤੇ ਉਹ ਸਮਝ ਗਏ ਕਿ ਤੋਤਾ ਮਰ ਗਿਆ ਹੈ। ਤਾਂ ਬਾਦਸ਼ਾਹ ਨੇ ਕਿਹਾ, ਤੂੰ ਸਿੱਧਾ ਸਿੱਧਾ ਨਹੀਂ ਸੀ ਆਖ ਸਕਦਾ ਕਿ ਤੋਤਾ ਮਰ ਗਿਆ ਹੈ। ਤਾਂ ਬੀਰਬਲ ਨੇ ਕਿਹਾ, ਮੈਂ ਆਖ ਸਕਦਾ ਸੀ, ਪਰ ਅਗਰ ਮੈਂ ਸਿੱਧਾ ਆਖਦਾ ਤਾਂ ਤੁਸੀਂ ਉਸ ਮਨੁੱਖ ਨੂੰ, ਉਸ ਨੌਕਰ ਨੂੰ ਫਾਂਸੀ ਤੇ ਚੜਾ ਦੇਣਾ ਸੀ। ਤਾਂ ਬਾਦਸ਼ਾਹ ਅਕਬਰ ਕਹਿੰਦੇ, ਹਾਂ ਬੀਰਬਲ, ਤੂੰ ਅੱਜ ਕਿਸੇ ਇਨਸਾਨ ਦੀ ਜਾਨ ਬਚਾਈ ਹੈ, ਮੈਂ ਤੇਰਾ ਧੰਨਵਾਦੀ ਹਾਂ। ਇਸ ਸਟੋਰੀ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਕਦੇ ਵੀ ਕਿਸੇ ਇਨਸਾਨ ਨੂੰ ਜਦੋਂ ਕੋਈ ਬੁਰੀ ਖਬਰ ਦੇਣੀ ਹੋਵੇ ਤਾਂ ਉਹਨੂੰ ਇਸ ਤਰੀਕੇ ਨਾਲ ਦੇਣੀ ਚਾਹੀਦੀ ਹੈ ਕਿ ਉਸਨੂੰ ਸਦਮਾ ਨਾ ਲੱਗੇ, ਕਿਉਂਕਿ ਇਸ ਦੇ ਜੋ ਪਰਿਣਾਮ ਹੁੰਦੇ ਹਨ, ਜੋ ਨਤੀਜੇ ਹੁੰਦੇ ਹਨ, ਕਈ ਵਾਰ ਭੁਗਤਣੇ ਬੜੇ ਔਖੇ ਹੋ ਜਾਂਦੇ ਹਨ। ਅਗਰ ਸਟੋਰੀ ਚੰਗੀ ਲੱਗੀ ਹੈ ਤਾਂ ਪਲੀਜ਼ ਆਪਣੇ ਫਰੈਂਡਸ ਦੇ ਨਾਲ ਇਹਨੂੰ ਸ਼ੇਅਰ ਕਰੋ, ਮੇਰੇ ਇਸ ਚੈਨਲ ਨੂੰ ਪਲੀਜ਼ ਲਾਈਕ ਕਰੋ, ਸਬਸਕ੍ਰਾਈਬ ਕਰੋ ਔਰ ਮੈਨੂੰ ਕਮੈਂਟ ਬਾਕਸ ਵਿੱਚ ਪਲੀਜ਼ ਲਿਖ ਕੇ ਦੱਸੋ ਕਿ ਤੁਸੀਂ ਕਿਸ ਤਰ੍ਹਾਂ ਦੀ ਸਟੋਰੀਜ਼ ਨੂੰ ਸੁਣਨਾ ਚਾਹੁੰਦੇ ਹੋ, ਇਮੋਸ਼ਨਲ, ਮੋਟੀਵੇਸ਼ਨਲ, ਇੰਸਪਾਇਰਿੰਗ, ਜਿੱਦਾਂ ਦੀ ਵੀ ਸਟੋਰੀਜ਼ ਨੂੰ ਤੁਸੀਂ ਸੁਣਨਾ ਚਾਹੁੰਦੇ ਹੋ, ਮੈਂ ਜ਼ਰੂਰ ਕੋਸ਼ਿਸ਼ ਕਰਾਂਗੀ ਕਿ ਇਹਨਾਂ ਨੂੰ ਪੂਰੀ ਕਰ ਸਕਾਂ। ਤਾਂ ਪਲੀਜ਼ ਤੁਸੀਂ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਤਾਂ ਕਿ ਇਹ ਸਾਰੇ ਵੀਡੀਓਜ਼ ਨੂੰ ਜਲਦੀ ਤੋਂ ਜਲਦੀ ਦੇਖ ਸਕੋ। Thank you.